ਮਰਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ। ਇਕ ਅਰਦਾਸ ਪਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ। ਨੂਰ ਅਰਸਹੁ ਗੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ। ਸਿਰ ਸਾਧੈ ਸਾਹੋ। ਜਿਸ ਪਾਸ ਬਹਿਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਜੋ ਦਿਨ ਆਵਹਿ। ਸੋ ਦਿਨ ਜਾਹੇ। ਕਰਨਾ ਕੂਚ ਰਹਿਣ ਥਿਰ ਨਾਹੀ। ਜੋ ਦਿਨ ਆਵਹਿ। ਸੋ ਦਿਨ ਜਾਹੇ। ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ। ਦੂਰ ਗਵਨ ਸਿਰ ਊਪਰ ਮਰਨਾ। ਕਿਆ ਤੂੰ ਸੋਇਆ ਜਾਗ ਆਨਾ। ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਜਿਨ ਜਿਉ ਦੀਆ। ਸੋ ਰਿਜਕ ਅੰਬਰਾਵੈ। ਸਭ ਘਟ ਪੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ। ਹਿਰਦੈ ਨਾਮ ਸਮਾਰ ਸਵੇਰਾ। ਜਨਮ ਸਿਰਾਨੋ ਪੰਥ ਨਾ ਸਵਾਰਾ। ਸਾਂਝ ਪਰੀ ਦਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ। ਚੇਤਸ ਨਾਹੀ ਦੁਨੀਆ ਫਨ ਖਾਨੇ। ਕਹਿ ਰਵਿਦਾਸ
ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਵਡਮੁੱਲੀਆਂ ਘੜੀਆਂ ਸਤਿਗੁਰੂ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਸ੍ਰੀ ਮੁਖ ਵਾਕ ਵਿਚਾਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਆਪ ਤੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਜੋ ਦਿਨ ਆਵਹਿ ਸੋ ਦਿਨ ਜਾਹੇ। ਸੋਹੀ ਰਾਗ ਹੈ ਭਗਤ ਰਵਿਦਾਸ ਜੀ ਮਹਾਰਾਜ। ਇਹ ਪਾਵਨ ਅੰਮ੍ਰਿਤ ਬਚਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਨੇ। ਜੋ ਦਿਨ ਆਵਹਿ ਸੋ ਦਿਨ ਜਾਹੀ। ਜਿਹੜੇ ਦਿਨ ਸਾਡੀ ਜ਼ਿੰਦਗੀ ਦੇ ਆ ਰਹੇ ਨੇ, ਸੂਰਜ ਉਦੇ ਹੋਣ ਨਾਲ ਆਉਂਦਾ ਹੈ, ਸੂਰਜ ਛੁਪਦਾ ਤੇ ਚਲਿਆ ਜਾਂਦਾ ਹੈ। ਕੋਈ ਦਿਨ ਐਸਾ ਨਹੀਂ ਜਿਹੜਾ ਸदैवी ਤੇ ਸਥਿਰ ਹੋਵੇ। ਕਿ ਉਹ ਦਿਨ ਥੰਮ ਗਿਆ ਹੋਵੇ, ਉਹ ਦਿਨ ਰੁਕ ਗਿਆ ਹੋਵੇ। ਅਸੀਂ ਆਪਣੇ ਜੀਵਨ ਕਾਲ ਵਿੱਚ ਐਸਾ ਨਹੀਂ ਵੇਖਿਆ। ਹਾਂ, ਐਸਾ ਜ਼ਰੂਰ ਹੁੰਦਾ ਹੈ ਕਿ ਕੋਈ ਦੁੱਖ ਹੈ, ਤਕਲੀਫ ਹੈ, ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ, ਚਿੰਤਾ ਹੈ, ਤਾਂ ਉਹ ਦਿਨ ਜਿਹਦੇ ਘੰਟੇ, ਮਿੰਟ, ਸਕਿੰਟ, ਪੈਰ, ਘੜੀਆਂ ਬਿਲਕੁਲ ਓਨੀਆਂ ਹੀ ਹੁੰਦੀਆਂ ਨੇ, ਪਰ ਜਾਪਦਾ ਕਿ ਦਿਨ ਬੜਾ ਲੰਬਾ ਹੋ ਗਿਆ।
ਪਰ ਉਹ ਦਿਨ ਲੰਮਾ ਨਹੀਂ ਹੁੰਦਾ। ਦਰਅਸਲ ਸਾਡੇ ਕੋਲ ਬਰਦਾਸ਼ਤ ਕਰਨ ਦਾ ਮਾਦਾ ਨਹੀਂ ਹੈ। ਧੀਰਜ ਨਾ ਹੋਣ ਕਰਕੇ ਉਹ ਦਿਨ ਜਿਹੜਾ 4 ਪਹਿਰਾਂ ਦਾ ਹੀ ਹੈ, ਇੱਦਾਂ ਪ੍ਰਤੀਤ ਹੁੰਦਾ ਹੈ ਮੰਨ ਲਓ ਜਿਵੇਂ ਯੁੱਗ ਬੀਤ ਗਏ ਹੋਣ, ਸਾਲਾਂ ਬੱਧੀ ਸਮਾਂ ਬੀਤ ਗਿਆ ਹੋਵੇ। ਇੱਕ ਅਵਸਥਾ ਬਿਰਹਾ ਦੇ ਵਿੱਚ, ਵਿਛੋੜੇ ਦੀ ਤੜਫ ਦੇ ਵਿੱਚ, ਜਗਿਆਸੂ ਦੇ ਹਿਰਦੇ ਵਿੱਚ ਵੀ ਐਸੀ ਆਉਂਦੀ ਹੈ। ਜਦੋਂ ਉਹਦੇ ਵਾਸਤੇ 4 ਪਹਿਰਾਂ ਦਾ ਇਹ ਦਿਨ, 4 ਪਹਿਰਾਂ ਦੀ ਇਹ ਰਾਤ 4 ਯੁੱਗਾਂ ਦੇ ਸਮਾਨ ਬੀਤਦੀ ਹੈ। ਔਰ ਉਹ ਆਖਦਾ ਹੈ 4 ਪਹਿਰ ਚਹੁ ਯੁਗ ਹੈ ਸਮਾਨੀ। 4 ਪਹਿਰ ਇਸ ਤਰ੍ਹਾਂ ਬਤੀਤ ਹੋ ਰਹੇ ਨੇ ਮਾਨੋ ਜਿਵੇਂ 4 ਯੁੱਗ ਬੀਤ ਰਹੇ ਹੋਣ। ਯਾਨੀ ਕਿ ਉਹ 4 ਪਹਿਰ ਇੰਨੇ ਲੰਮੇ ਪ੍ਰਤੀਤ ਹੁੰਦੇ ਨੇ ਜਦੋਂ ਵਿਛੋੜੇ ਦੀ ਬਿਰਤੀ ਹੁੰਦੀ ਹੈ, ਜਦੋਂ ਬਿਰਹਾ ਦੀ ਵੇਦਨ ਹਿਰਦੇ 'ਚ ਹੁੰਦੀ ਹੈ। ਪਰ ਕੀ ਉਦੋਂ ਵੀ ਦਿਨ ਲੰਮਾ ਹੋ ਜਾਂਦਾ? ਨਹੀਂ, ਦਿਨ ਦੇ ਉਹੀ 4 ਪਹਿਰ ਹੀ ਰਹਿਣੇ ਨੇ, ਪਰ ਸਾਡੇ ਬਤੀਤ ਕਰਨ ਦੇ ਵਿੱਚ, ਉਸ ਸਮੇਂ ਨੂੰ ਪਾਸ ਕਰਨ ਦੇ ਵਿੱਚ ਸਾਡੇ ਕੋਲ ਧੀਰਜ ਨਹੀਂ ਹੁੰਦਾ। ਅਸਲੀਅਤ ਇਹ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਐਸਾ ਕੋਈ ਦਿਨ ਨਹੀਂ ਵੇਖਿਆ ਜਿਹੜਾ ਨਾ ਬੀਤਿਆ ਹੋਵੇ, ਸ਼ਾਮ 'ਚ ਨਾ ਬਦਲਿਆ ਹੋਵੇ, ਤਬਦੀਲ ਨਾ ਹੋਇਆ ਹੋਵੇ। ਜੋ ਦਿਨ ਆਵਹਿ ਸੋ ਦਿਨ ਜਾਹੀ। ਜਿਹੜੇ ਦਿਨ ਆਉਂਦੇ ਨੇ ਉਹ ਚਲੇ ਜਾਂਦੇ। ਐਸਾ ਨਹੀਂ ਕਿ ਕੋਈ ਦਿਨ ਆਇਆ ਤੇ ਮੁੜ ਕੇ ਗਿਆ ਹੀ ਨਹੀਂ। ਇਹ ਸੱਚਾਈ ਹੈ। ਇਸ ਸੱਚਾਈ ਤੋਂ ਸੰਸਾਰ ਦਾ ਕੋਈ ਵੀ ਮਾਨਵ, ਕੋਈ ਵੀ ਪ੍ਰਾਣੀ ਮੁਨਕਰ ਨਹੀਂ ਹੋ ਸਕਦਾ। ਜਿਹੜੇ ਦਿਨ ਆਉਂਦੇ ਹਨ ਉਹ ਚਲੇ ਜਾਂਦੇ ਹਨ। ਕਰਨਾ ਕੂਚ ਰਹਿਣ ਥਿਰ ਨਾਹੀ। ਇਨ ਬਿਨ ਇਸੇ ਤਰ੍ਹਾਂ ਉਦਾਹਰਣ ਦਿੱਤੀ ਹੈ, ਪ੍ਰਮਾਣ ਦੇ ਕੇ, ਉਦਾਹਰਣ ਦੇ ਕੇ ਹੁਣ ਅੱਗੇ ਸਿਧਾਂਤ ਦੱਸਦੇ ਨੇ। ਪਹਿਲੀ ਪੰਕਤੀ 'ਚ ਉਦਾਹਰਣ ਦਿੱਤੀ, ਅਗਲੀ ਪੰਕਤੀ 'ਚ ਸਿਧਾਂਤ ਹੈ। ਸਿਧਾਂਤ ਇਹ ਦੱਸਦੇ ਨੇ ਕਿ ਇਸੇ ਤਰ੍ਹਾਂ ਜਿਹੜਾ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਜਾਣਾ। ਜਿਵੇਂ ਦਿਨ ਆਉਂਦੇ ਨੇ ਚਲੇ ਜਾਂਦੇ ਨੇ, ਤੈਸੇ ਜਿਹੜੇ ਜੀਵ ਆਏ ਨੇ ਉਹਨਾਂ ਨੇ ਵੀ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਕੂਚ ਕਰਨਾ। ਕਰਨਾ ਕੂਚ ਰਹਿਣ ਥਿਰ ਨਾਹੀਂ। ਇਹ ਸੰਸਾਰ ਦੇ ਵਿੱਚ ਰਹਿਣਾ ਕਿਸੇ ਦਾ ਵੀ ਥਿਰ ਨਹੀਂ ਹੈ। ਉਹ ਵੀ ਸਨ ਜਿਹੜੇ ਕਹਿੰਦੇ ਸਨ ਅਸੀਂ ਥਿਰ ਹਾਂ, ਜਿਹੜੇ ਕਹਿੰਦੇ ਸਨ ਅਸੀਂ ਸदैवी ਹਾਂ, ਜਿਹੜੇ ਕਹਿੰਦੇ ਸਨ ਕਾਲ ਸਾਡੇ ਪਾਵੇ ਨਾਲ ਬੱਧਾ ਹੋਇਆ, ਜਿਹੜੇ ਕਹਿੰਦੇ ਸੀ ਅਸੀਂ ਅਮਰ ਹਾਂ, ਪਰ ਚਲੇ ਉਹ ਵੀ ਗਏ। एक शिव भय एक गए एक फेर भय। रामचंद कृष्ण के अवतार भी अनेक हैं। मोहन दी मदार के ते असनी कुमार के ते अंसा अवतार के ते काल बस भय है। सब काल बस होए ने। राम गयो रावण गयो जाको बहु परवार। कहो नानक थिर कछ नहीं सुपने ज्यों संसार। ये संसार नश्वर है, नाशवान है, त्रयी काल नश्वर है। ऐसा नहीं कि केवल एक समय में, त्रयी काल ही नश्वर है। पहला भी बहुत कुछ बिनसिया, हुण भी बिनस रहा ते अगे भी बिनसेगा। तो आखिरकार ये संसार तो हर एक ने कूच करना।
ਹਰ ਇੱਕ ਨੇ ਜਾਣਾ। ਜੇ ਚਲੇ ਹੀ ਜਾਣਾ ਤੇ ਫਿਰ ਕੁਝ ਐਸੀ ਕਰਨੀ ਕਰੀਏ ਕਿ ਜਗਤ ਦੇ ਵਿੱਚ ਇੱਕ ਮਿਸਾਲ ਬਣ ਕੇ, ਉਦਾਹਰਣ ਬਣ ਕੇ ਲੋਕਾਂ ਲਈ ਪ੍ਰੇਰਨਾਦਾਇਕ ਹੋਈਏ। ਇਹਨੂੰ ਕਹਿੰਦੇ ਨੇ ਲੋਕ ਸੁਖੀਆ। ਤੇ ਅੱਗੇ ਪਰਲੋਕ ਵਿੱਚ ਮੁਖ ਉਜਵਲ ਹੋਵੇ, ਮੋਕਸ਼ ਦੀ, ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਐਸੀਆਂ ਕਰਨੀਆਂ ਕਰਤੂਤਾਂ ਦੇ ਧਾਰਨੀ ਨਾ ਹੋਈਏ ਕਿ ਮਰਨ ਤੋਂ ਬਾਅਦ ਲੋਕ ਆਖਣ ਚੰਗਾ ਹੋਇਆ ਮਰ ਗਿਆ, ਚੰਗਾ ਹੋਇਆ। ਇਹੋ ਜਿਹੇ ਸਾਖਤ ਨਾਲੋਂ ਤਾਂ ਸਾਡੇ ਪਿੰਡ ਦੇ ਸੂਰ ਚੰਗੇ ਨੇ। ਇਹ ਗੰਦ ਪਾਉਂਦਾ ਸੂਰ, ਗੰਦ ਖਾਂਦੇ ਨੇ, ਖਤਮ ਤਾਂ ਕਰਦੇ ਆ। ਇਸ ਕਰਕੇ ਗੁਰਮੁਖੋ, ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ ਸੰਸਾਰ ਤੋਂ ਕੂਚ ਕਰ ਜਾਣਾ, ਇਹਦੇ ਵਿੱਚ ਰਹਿਣਾ ਕਿਸੇ ਦਾ ਵੀ ਸਥਿਰ ਨਹੀਂ। ਸੰਗ ਚਲਤ ਹੈ ਹਮ ਭੀ ਚੱਲਣਾ। ਸਾਡੇ ਨੇੜੇ ਤੇੜੇ ਬਹੁਤ ਘਟਨਾਵਾਂ ਨਿਤ ਘਟਦੀਆਂ ਨੇ, ਹਰ ਵੇਲੇ, ਹਰ ਪਲ, ਹਰ ਛਿਣ 'ਚ ਇੱਕ ਨਾ ਇੱਕ ਅੱਧੀ ਘਟਨਾ ਕੋਈ ਨਾ ਕੋਈ ਘਟ ਰਹੀ ਹੁੰਦੀ ਹੈ ਸਾਡੇ ਨੇੜੇ ਤੇੜੇ, ਆਲੇ ਦੁਆਲੇ। ਸਾਡਾ ਧਿਆਨ ਉਹਨਾਂ ਘਟਨਾਵਾਂ ਵਿੱਚ ਨਾ ਹੁੰਦਿਆਂ ਹੋ ਕੇ ਇੱਕ ਲਾਪਰਵਾਹੀ ਦੇ ਵਿੱਚ ਹੁੰਦਾ ਹੈ। ਇਸ ਕਰਕੇ ਸਾਨੂੰ ਨਜ਼ਰ ਹੀ ਨਹੀਂ ਪੈਂਦਾ। ਇੱਕ ਸਾਧਕ ਜਗਿਆਸੂ ਜਦੋਂ ਆਪਣੇ ਆਲੇ ਦੁਆਲੇ ਵੇਖਦਾ ਤਾਂ ਉਹਨੂੰ ਜੋ ਕੁਝ ਵੀ ਘਟਦਾ ਦਿਸਦਾ, ਜੋ ਕੁਝ ਵੀ ਹੁੰਦਾ ਦਿਸਦਾ, ਉਹਦੇ ਵਿੱਚੋਂ ਉਹਨੂੰ ਕੁਝ ਨਾ ਕੁਝ ਪ੍ਰੇਰਨਾ ਮਿਲਦੀ ਹੁੰਦੀ ਹੈ। ਉਹ ਬੁੱਧ ਵਾਂਗੂ ਜੇ ਕਿਸੇ ਬੁੱਢੇ ਨੂੰ ਵੀ ਵੇਖਦਾ ਹੈ ਤਾਂ ਉਹ ਸਮਝ ਲੈਂਦਾ ਵੀ ਇਹ ਅਵਸਥਾ ਹਰ ਇੱਕ ਦੀ ਆਉਣੀ ਹੈ। ਜੇ ਬੁੱਧ ਵਾਂਗੂ ਕਿਸੇ ਮੁਰਦੇ ਨੂੰ ਵੇਖਦਾ ਤਾਂ ਮਨ 'ਚ ਵਿਰਾਗ ਉਪਜਦਾ, ਆਖਰਕਾਰ ਮਾਰੀ ਜਾਣਾ, ਤੇ ਫਿਰ ਜੇ ਮਾਰੀ ਜਾਣਾ ਤੇ ਫਿਰ ਇੰਨਾ ਤਾਮ ਝਾਮ ਕਾਹਦੇ ਲਈ। ਇੱਕ ਬਿਮਾਰ ਨੂੰ ਵੇਖਦਾ, ਰੋਗੀ ਨੂੰ ਵੇਖਦਾ ਤੇ ਡਰ ਕੇ ਭੈ ਭੀਤ ਹੋ ਕੇ ਵੈਰਾਗੀ ਹੋ ਜਾਂਦਾ। ਜੇ ਆਹ ਦਸ਼ਾ ਵੀ ਮਨੁੱਖ ਦੀ ਹੁੰਦੀ ਹੈ ਤੇ ਫਿਰ ਮੈਂ ਨਿਰਵਾਣ ਦੀ ਯਾਤਰਾ ਨੂੰ ਕਿਉਂ ਨਾ ਚੱਲਾਂ। ਇੱਕ ਜਗਿਆਸੂ ਤੇ ਸਾਧਕ ਦੇ ਆਲੇ ਦੁਆਲੇ ਜੋ ਵੀ ਘਟਦਾ ਹੈ, ਜੋ ਵੀ ਹੁੰਦਾ ਹੈ, ਉਹਦੇ ਵਿੱਚੋਂ ਕੋਈ ਨਾ ਕੋਈ ਸੇਧ ਲੈ ਲੈਂਦਾ, ਪ੍ਰੇਰਨਾ ਲੈ ਲੈਂਦਾ। ਉਹ ਕਹਿੰਦਾ ਮੇਰਾ ਰੱਬ ਹਰ ਵੇਲੇ ਕੋਈ ਨਾ ਕੋਈ ਗਿਆਨ ਵੰਡ ਰਿਹਾ, ਹਰ ਵੇਲੇ, ਹਰ ਵਕਤ, ਹਰ ਛਿਣ 'ਚ ਕੋਈ ਨਾ ਕੋਈ ਗਿਆਨ ਵੰਡ ਰਿਹਾ। ਤੋ ਇਸ ਪ੍ਰਕਾਰ ਨਾਲ ਭਗਤ ਜੀ ਸਾਡਾ ਧਿਆਨ ਉਹਨਾਂ ਵੱਲ ਵੀ ਲੈ ਕੇ ਆ ਰਹੇ ਨੇ ਜਿਹੜੇ ਸਾਡੇ ਨਾਲ ਦੇ ਬਹੁਤ ਸੰਗੀ, ਬਹੁਤ ਸਾਥੀ ਇਹ ਸੰਸਾਰ ਤੋਂ ਚਲੇ ਗਏ। ਅਕਸਰ ਕਦੇ ਅਸੀਂ ਆਪਣੇ ਪੁਰਾਣੇ ਫੰਕਸ਼ਨ, ਵਿਆਹ ਸ਼ਾਦੀਆਂ ਦੇ 10-20 ਸਾਲ ਪੁਰਾਣੀਆਂ ਕੈਸਟਾਂ, ਸੀਡੀਆਂ ਜਦੋਂ ਲਾ ਕੇ ਵੇਖਦੇ ਹਾਂ ਕੋਈ ਪ੍ਰੋਗਰਾਮ ਦੀਆਂ, ਸਮਾਗਮਾਂ ਦੀਆਂ, ਤਾਂ ਵੇਖ ਕੇ ਪਤਾ ਲੱਗਦਾ ਇੰਨੇ ਬੰਦੇ ਜਿਹੜੇ ਉਸ ਵੇਲੇ ਮੌਜੂਦ ਸਨ ਹੁਣ ਹੈ ਹੀ ਨਹੀਂ। ਹੈਰਾਨੀ ਹੋ ਜਾਂਦੀ। ਉੱਦਾਂ ਬੰਦਾ ਭੁੱਲਿਆ ਹੁੰਦਾ, ਜਦੋਂ ਵੀਡੀਓ ਚੱਲਦੀ ਹੁੰਦੀ ਉਹ ਸਾਰੇ ਵਿੱਚ ਦਿਸਦੇ ਨੇ, ਹੈਰਾਨ ਹੋ ਜਾਂਦਾ ਇੰਨੇ ਬੰਦੇ ਚਲੇ ਗਏ। ਦਰਅਸਲ ਸੱਚਾਈ ਤਾਂ ਇਹੀ ਹੈ ਨਾ ਕਿ ਨਾਲ ਦੇ ਪਤਾ ਨਹੀਂ ਕਿਤਨੇ ਕੁ ਸੰਗੀ ਇਹ ਸੰਸਾਰ ਤੋਂ ਚਲੇ ਗਏ। ਤੇ ਜੇ ਸੰਗੀ ਚਲੇ ਗਏ ਨੇ, ਤੂੰ ਕਿਹੜਾ ਇਹੋ ਜਿਹਾ ਅਕਾਲ ਹੈ ਕਿ ਤੂੰ ਨਹੀਂ ਜਾਣਾ। ਇਸ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਜੀ ਚੋਟ ਕਰਦੇ ਨੇ ਸਾਡੇ ਹਿਰਦੇ ਨੂੰ, ਚੋਟ ਕਰਕੇ ਉਹਦੇ ਵਿੱਚ ਵੇਦਨ ਪੈਦਾ ਕਰਨਾ ਚਾਹੁੰਦੇ ਨੇ ਪ੍ਰਮਾਤਮਾ ਦੇ ਬਿਰਹਾ ਦੀ, ਕਿ ਸੰਗ ਚਲਤ ਹੈ ਹਮ ਭੀ ਚੱਲਣਾ, ਅਸੀਂ ਵੀ ਚਲੇ ਜਾਣਾ।
ਇਹ ਦੁਨੀਆ ਦਾ ਬਾਗ ਸੁਹਾਵਣਾ ਛੱਡ ਕੇ ਅਸੀਂ ਵੀ ਚਲੇ ਜਾਣਾ। ਇਹ ਬਾਗ ਇਸੇ ਤਰ੍ਹਾਂ ਹੀ ਰਹਿਣਾ। दुनिया के मेले कम न होंगे, अफसोस हम न होंगे, अफसोस हम न होंगे। बनेगी उजड़ेगी फिर बनेगी ये दुनिया। ये तो इस तरह ही चलता रहना। जिन्ने पूर गए ने अगे उन्ने पिछे होर आ जाने। संग चलत है हम भी चलना। संगी चले गए ने, चले असी भी जाना है। दूर गवन सिर ऊपर मरना। जाना बड़ी दूर है, ये समझदा बंदा। या इस तरह कह लिए बंदा ये समझदा आले बड़ी दूर है मौत, मैं एडी छेती नहीं मरन वाला। इदां कहते ने ना कई कि मैं एडी छेती नहीं मरन वाला, शाम नूं मरे पे हुंदे है। बंदा ये समझदा है कि मरना बड़ी दूर है, पर इत्थे तां एक साह दा भरोसा नहीं, एक दम दा भरोसा नहीं। दूर गवन कहदा बड़ी दूर है मौत, पर भगत जी महाराज जी कहंदे सज्जणा ये भुलेखा है, सिर ऊपर मरना। मौत तां तेरे सिर दे उत्ते मंडरा रही है। कदे किसे बिल्ली नूं खुड दे उत्ते बैठिया वेखी विच चूहा वड़िया होवे ते खुड दे उत्ते बैठी हुंदी है बिल्ली। आखिरकार वो चूहा किन्ना कुh चिर खुड च रहेगा, निकलना तां उहनूं पैना ही है। पर बिल्ली दी निगाह इन्नी तेज हुंदी है उस खुड वल, जदों बाहर निकलदा नाल ही पंजियां थल्ले धर दबोचदी है। मौत रूपी बिल्ली, काल रूपी मंजार सिर दे उत्ते मंडरा रहा है। इस जिंद रूपी चूहे की जदों श्वासां दी हद जिहड़ी खुड इहदे विचों जदों इहने निकलना उहने धर दबोचना। इस करके पातशाह कहंदे सज्जणा ये ना समझ मौत दूर है, ये जान सिर ऊपर मरना। मौत तेरे सिर दे उत्ते मंडरा रही है। क्या तू सोया जाग आना। किथे तो गफलत दी गूढ़ी नींद विच सुता पिया। क्या तू सोया, किथे सुता पिया गफलत दी नींद विच। जाग आना, हे आणे ना समझ जाग, किन्ना कुh चिर सुता रहेगा। सुत्या रैण बिहाणी, सुत्या रैण बिहाणी। सुत्या रैण बिहानी, सुत्या रैण बिहानी। सुत्या रैण बिहाणी, सुत्या रैण बिहाणी। सुत्या रैण बिहानी, सुत्या रैण बिहानी। सुत्या जिंदगी दी रात बीत चली है। जाग, अमृत वेला होया सज्जणा जाग। ਇਹ ਮਨੁੱਖੀ ਜਨਮ ਤੈਨੂੰ ਪ੍ਰਾਪਤ ਹੋਇਆ, ਇਹ ਅੰਮ੍ਰਿਤ ਵੇਲਾ, ਇਹਦੇ 'ਚ ਜਾਗ। ਨਹੀਂ ਤਾਂ ਸੁੱਤੇ ਪਿਆ 84 ਲੱਖ ਜੂਨੀਆਂ ਦੀ ਜ਼ਿੰਦਗੀ ਦੀ ਰਾਤ ਬੜੀ ਬੀਤ ਗਈ ਹੈ। ਇਹ ਅੰਮ੍ਰਿਤ ਵੇਲਾ ਮਿਲਿਆ ਮਨੁੱਖੀ ਜਾਮੇ ਦਾ, ਹੁਣ ਤਾਂ ਜਾਗ। ਜੇ ਹੁਣ ਵੀ ਨਾ ਜਾਗਿਆ ਇਹ ਵੀ ਲੰਘ ਗਿਆ, ਫਿਰ ਲੰਘ ਗਿਆ ਨਾ ਮੁੜ ਕੇ ਆਮਦਾ। ਇਸ ਕਰਕੇ ਇਆਣੇ ਜਾਗ। ਪੁੱਛਿਆ ਮਹਾਰਾਜ ਕਿਵੇਂ ਜਾਗੀਦਾ ਹੈ? ਕਹਿੰਦੇ ਜਾਗੀਦਾ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਸੁਣ ਕੇ, ਗੁਰਬਾਣੀ ਵਿਚਾਰ ਕੇ ਜਾਗੀਦਾ। ਜਾਗੇ ਹੋਇਆਂ ਦੀ ਨਿਸ਼ਾਨੀ ਕੀ ਹੈ? ਆਖਿਆ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਦੀ ਹੈ, ਗੁਰੂ ਕੀ ਬਾਣੀ ਪਿਆਰੀ ਲੱਗਦੀ ਹੈ, ਉਹ ਜਾਗੇ ਹੋਏ ਨੇ। ਹੇ ਇਆਣੇ ਨਾ ਸਮਝ ਹਾਲੇ ਵੀ ਵੇਲਾ,
ਜਾਗ ਪੈ। ਤੈ ਜੀਵਨ ਜਗ ਸੱਚ ਕਰ ਜਾਨਾ। ਤੂੰ ਆਪਣੇ ਇਸ ਜੀਵਨ ਨੂੰ ਹਾਲੇ ਵੀ ਸੱਚ ਕਰਕੇ ਸਮਝੀ ਬੈਠਾ ਹੈ। ਇਹ ਜ਼ਿੰਦਗੀ ਸੱਚ ਨਹੀਂ ਹੈ, ਇਹ ਜੀਵਨ ਸੱਚ ਨਹੀਂ ਹੈ। ਤੇਰਾ ਇਹ ਜੀਵਨ ਇੱਕ ਦਿਨ ਸਮਾਪਤ ਹੋ ਜਾਣਾ ਹੈ। ਤੂੰ ਆਪਣੇ ਇਸ ਜੀਵਨ ਨੂੰ ਸੱਚ ਕਰਕੇ ਜਾਣ ਰਿਹਾ, ਇਹ ਸੱਚ ਨਹੀਂ। ਰਹਾਉ ਜੋ ਦੀਆ ਸੋ ਰਿਜਕ ਅੰਬਰਾਵੈ। ਕਿਸ ਗੱਲ ਦੀ ਚਿੰਤਾ ਕਰਦਾ? ਜਿਸ ਨੇ ਤੈਨੂੰ ਇਹ ਜੀਉ ਸੱਤਾ ਦਿੱਤੀ ਹੈ, ਉਹ ਰੋਜੀ ਦੇ ਕੇ ਤੈਨੂੰ ਪਾਲੇਗਾ। ਕਿਸ ਗੱਲ ਦਾ ਫਿਕਰ ਹੈ ਤੈਨੂੰ? ਚਿੰਤਾ ਕਿਸ ਗੱਲ ਦੀ ਹੈ? ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਜਿਸ ਨੇ ਜੀਉ ਸੱਤਾ ਦਿੱਤੀ ਹੈ, ਉਹ ਤੈਨੂੰ ਰੋਜੀ ਦੇ ਕੇ ਵੀ ਪਾਲੇਗਾ। ਸਭ ਘਟ ਭੀਤਰ ਹਾਟ ਚਲਾਵੈ। ਪਰਮੇਸ਼ਰ ਨੇ ਆਪਣੀ ਹੱਟੀ ਹਰ ਦੁਕਾਨ ਤੇ, ਹਰ ਜਗ੍ਹਾ ਤੇ ਜਿੰਨੇ ਸਰੀਰ ਨੇ, ਇਹ ਸਾਰੇ ਸਰੀਰਾਂ ਦੀਆਂ ਜਿੰਨੀਆਂ ਜ਼ਰੂਰਤਾਂ ਨੇ, ਉਹਦੀ ਦੁਕਾਨ ਉਸੇ ਸਰੀਰ ਦੇ ਵਿੱਚ ਹੀ ਪਰਮੇਸ਼ਰ ਨੇ ਖੋਲੀ ਹੋਈ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਡੇ ਸਰੀਰ ਨੂੰ ਜੋ ਚਾਹੀਦਾ ਸਾਡੇ ਆਲੇ ਦੁਆਲੇ ਸਾਨੂੰ ਮਿਲ ਜਾਂਦਾ। ਪਾਣੀ 'ਚ ਜਿਹੜੇ ਜੀਵ ਜੰਤੂ ਨੇ, ਉਹਨਾਂ ਨੂੰ ਜੋ ਚਾਹੀਦਾ ਉਹਨਾਂ ਨੂੰ ਆਪਣੇ ਆਲੇ ਦੁਆਲੇ 'ਚੋਂ ਮਿਲ ਜਾਂਦਾ। ਯਾਨੀ ਕਿ ਉਹਨਾਂ ਦੀ ਦੁਕਾਨ ਉਹਨਾਂ ਦੇ ਨੇੜੇ ਹੀ ਹੈ। ਇਹ ਨਹੀਂ ਕਿ ਪਾਣੀ ਵਾਲੇ ਜੀਵਾਂ ਨੂੰ ਧਰਤੀ ਤੇ ਆਉਣਾ ਪੈਂਦਾ, ਤੇ ਜਿਹੜੇ ਆਕਾਸ਼ਚਾਰੀ ਜੀਵ ਨੇ ਉਹਨਾਂ ਦਾ ਖਾਣਾ ਪੀਣਾ ਉਹਨਾਂ ਨੂੰ ਆਕਾਸ਼ ਵਿੱਚੋਂ ਹੀ ਮਿਲ ਜਾਣਾ। ਤੋ ਜਿਹੋ ਜਿਹਾ ਕੋਈ ਜੀਵ ਹੈ, ਜਿਸ ਤਰ੍ਹਾਂ ਦੀ ਵੀ ਉਹਦੀ ਖੁਰਾਕ ਹੁੰਦੀ ਹੈ, ਉਹਦੀ ਖੁਰਾਕ ਉਹਨੂੰ ਨੇੜੇ ਤੇੜੇ ਉਸੇ ਤਰ੍ਹਾਂ ਦੀ ਉਹਦੀਆਂ ਜ਼ਰੂਰਤਾਂ ਨੂੰ ਮਿਲ ਜਾਣੀਆਂ ਨੇ, ਪ੍ਰਾਪਤ ਹੋ ਜਾਣੀਆਂ। ਵਾਹਿਗੁਰੂ ਨੇ, ਵਿਧਾਤੇ ਨੇ ਆਪਣੀ ਦੁਕਾਨ ਹਰ ਘਟ ਵਿੱਚ ਚਲਾਈ ਹੋਈ ਹੈ। ਹਾਂਜੀ। ਘਰ ਬੰਦਗੇ ਛਾੜ ਮੈਂ ਮੇਰਾ। ਹਾਲੇ ਵੀ ਸਮਾਂ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰਕੇ ਆਪਣੇ ਹਿਰਦੇ ਚੋਂ ਮੈਂ ਮੇਰੀ ਦੀ ਬਿਰਤੀ ਨੂੰ ਛੱਡ ਦੇ। ਕਰ ਬੰਦਗੀ, ਪਰਮੇਸ਼ਰ ਦੀ ਬੰਦਗੀ ਕਰ, ਔਰ ਮੈਂ ਮੇਰੀ ਦੀ ਜਿਹੜੀ ਬਿਰਤੀ ਹੈ ਇਸ ਦਾ ਤਿਆਗ ਕਰ ਦੇ। ਹਿਰਦੈ ਨਾਮ ਸਮਾਰ ਸਵੇਰਾ। ਆਪਣੇ ਹਿਰਦੇ ਵਿੱਚ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੰਭਾਲ। ਜਦੋਂ ਸੰਭਾਲੇਗਾ ਉਦੋਂ ਤੇਰੀ ਜ਼ਿੰਦਗੀ ਦਾ ਸਵੇਰਾ ਸ਼ੁਰੂ ਹੋ ਜਾਏਗਾ। ਇੱਕ ਨਵੀਂ ਰੌਂ ਵਾਲਾ ਜੀਵਨ ਤੈਨੂੰ ਉਦੋਂ ਹੀ ਪ੍ਰਾਪਤ ਹੋ ਜਾਏਗਾ ਜਦੋਂ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸੰਭਾਲੇਗਾ, ਭਾਵ ਜਪੇਗਾ। ਜਨਮ ਸਿਰਾਨੋ ਪੰਥ ਨਾ ਸਵਾਰਾ। ਜਨਮ ਬਤੀਤ ਕਰ ਦਿੱਤਾ ਪਰ ਆਪਣਾ ਰਾਹ ਨਹੀਂ ਸਵਾਰਿਆ। ਜਿਸ ਰਸਤੇ ਚੱਲ ਕੇ ਜਾਣਾ ਸੀ ਉਸ ਰਸਤੇ ਨੂੰ ਨਹੀਂ ਸਵਾਰਿਆ। ਚਾਹੀਦਾ ਸੀ ਕਿ ਜਿਸ ਰਾਹ ਤੇ ਜਾਣਾ ਉਸ ਰਸਤੇ ਦੀ ਸੰਭਾਲ ਕਰਦਾ। ਜਨਮ ਸਾਰਾ ਬਤੀਤ ਕਰ ਦਿੱਤਾ ਔਰ ਜਿਸ ਰਸਤੇ ਤੇ ਜਾਣਾ ਸੀ ਉਹ ਰਸਤਾ ਨਹੀਂ ਸਵਾਰਿਆ। ਸਾਂਝ ਪਰੇ ਦਹ ਦਿਸ ਅੰਧਿਆਰਾ। ਜਦੋਂ ਬੁਢੇਪੇ ਦੀ ਸੰਧਿਆ ਪਈ, ਭਾਵ ਜਰਾ ਰੋਗ ਆ ਗਿਆ ਸਰੀਰ ਤੇ, ਤਨ ਬੁੱਢਾ ਹੋ ਗਿਆ, ਸਿਰ ਕੰਪਿਓ, ਪਗ ਡਗਮਗੇ, ਨੈਣ ਜੋਤ ਤੇ ਹੀਨ ਵਾਲੀ ਹਾਲਤ ਹੋ ਗਈ। ਕਹਿੰਦੇ ਉਦੋਂ ਇਹਦੀਆਂ 10 ਦੀਆਂ 10 ਇੰਦਰੀਆਂ ਦੇ ਵਿੱਚ ਹਨੇਰਾ ਛਾ ਗਿਆ। ਨਾ ਅੱਖਾਂ ਤੋਂ ਵੇਖ ਹੁੰਦਾ, ਨਾ ਕੰਨਾਂ ਤੋਂ ਸੁਣ ਹੁੰਦਾ, ਨਾ ਪੈਰਾਂ ਨਾਲ ਚੱਲ ਹੁੰਦਾ, ਨਾ ਹੱਥਾਂ ਨਾਲ ਪਕੜ ਹੁੰਦਾ। ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ, ਇਹਨਾਂ 10 ਇੰਦਰੀਆਂ ਦੇ ਵਿੱਚ ਅੰਧਕਾਰ ਛਾ ਜਾਂਦਾ। ਉਹ ਅੰਧਕਾਰ ਛਾਵੇ ਉਹਦੇ ਤੋਂ ਪਹਿਲਾਂ ਤੈਨੂੰ ਯਤਨ ਕਰਨਾ ਚਾਹੀਦਾ, ਪਰਮੇਸ਼ਰ ਦਾ ਭਜਨ ਕਰ, ਨਿਰੰਕਾਰ ਦੀ ਇਬਾਦਤ ਕਰ। ਵਰਨਾ ਐਸੀ ਹਾਲਤ ਨੂੰ ਹਰ ਇੱਕ ਮਨੁੱਖ ਨੇ ਪ੍ਰਾਪਤ ਹੋ ਜਾਣਾ। ਸਾਂਝ ਪਰੀ ਦਹਿ ਦਿਸ ਅੰਧਿਆਰਾ। ਜਦੋਂ ਮੌਤ ਰੂਪੀ, ਕਾਲ ਰੂਪੀ
ਸਾਂਝ ਪੈ ਗਈ, ਉਦੋਂ ਇਹਨਾਂ ਦਸਾਂ ਦੀਆਂ ਦਸਾਂ ਇੰਦਰੀਆਂ ਨੇ ਕੰਮ ਨਹੀਂ ਕਰਨਾ। ਫਿਰ ਕਹੇ ਜੀ ਹੁਣ ਮੈਂ ਰਸਤਾ ਸਵਾਰ ਲਵਾਂ, ਮੈਨੂੰ ਥੋੜ੍ਹਾ ਜਿਹਾ ਵੇਲਾ ਦੇ ਦਿਓ, ਮੈਂ ਥੋੜ੍ਹਾ ਜਿਹਾ ਸਮਾਂ ਹੋਰ ਥੋੜ੍ਹਾ ਜਿਹਾ ਪੈਸਾ ਕਮਾ ਲਵਾਂ, ਧਨ ਦੌਲਤ ਇਕੱਠੀ ਕਰ ਲਵਾਂ। ਜੰਮਾ ਨੂੰ ਆਖੇ ਕਿ ਤੁਹਾਨੂੰ ਵੀ ਥੋੜ੍ਹਾ ਬਹੁਤਾ ਵਿੱਚੋਂ ਦੇ ਦਿਆਂਗਾ, ਚਾਹ ਪਾਣੀ, ਥੋੜ੍ਹਾ ਜਿਹਾ ਵੇਲਾ ਮੈਨੂੰ ਹੋਰ ਦੇ ਦਿਓ। ਉਹ ਕਹਿੰਦੇ ਨਾ ਸੱਜਣਾ, ਚਲਹ ਸਤਾਬ ਦੀਵਾਨ ਬੁਲਾਇਆ, ਛੇਤੀ ਚੱਲ, ਹੁਣ ਟਾਈਮ ਨਹੀਂ। ਜਿਹੜਾ ਚਾਹ ਪਾਣੀ ਦਾ ਸਮਾਂ ਸੀ ਉਹ ਲੰਘ ਗਿਆ, ਹੁਣ ਸੱਜਣਾ ਟੁਰ ਅੱਗੇ। ਤੋ ਇਸ ਪ੍ਰਕਾਰ ਨਾਲ ਭਾਈ ਉਸ ਵੇਲੇ 10 ਦੀਆਂ 10 ਇੰਦਰੀਆਂ ਦੇ ਵਿੱਚ ਅੰਧਕਾਰ ਹਨੇਰਾ ਛਾ ਜਾਣਾ। ਕਹਿ ਰਵਿਦਾਸ ਨਿਦਾਨ ਦੀਵਾਨੇ। ਐ ਨਦਾਨ, ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿ ਰਹੇ ਨੇ ਸੰਬੋਧਨ ਕਰਕੇ ਸਾਨੂੰ। ਐ ਨਦਾਨ, ਦੀਵਾਨੇ ਕਹਿੰਦੇ ਨੇ ਮੋਏ ਹੋਏ ਦਿਵਾਲੀਏ ਨੂੰ, ਪਾਗਲ ਹੋਏ ਹੋਏ ਨੂੰ। ਕਿਉਂ ਪਾਗਲ ਹੋ ਰਿਹਾ ਸੰਸਾਰ ਪਿੱਛੇ ਲੱਗ ਕੇ, ਕਿਉਂ ਬੌਰਾ ਹੋਇਆ ਫਿਰਦਾ? ਚੇਤਸ ਨਾਹੀ ਦੁਨੀਆ ਫਨ ਖਾਨੇ। ਇਹ ਦੁਨੀਆ ਫਨਾ ਖਾਨਾ, ਇਹ ਫਨਾ ਹੋ ਜਾਣ ਵਾਲੀ ਹੈ ਦੁਨੀਆ। ਕਿਉਂ ਇਹਦੇ ਪਿੱਛੇ ਲੱਗ ਕੇ ਬੌਰਾ ਹੋਇਆ ਫਿਰਦਾ? ਤੂੰ ਕਿਉਂ ਨਹੀਂ ਪਰਮੇਸ਼ਰ ਦਾ ਚਿੰਤਨ ਕਰਦਾ? ਕਿਉਂ ਨਹੀਂ ਨਿਰੰਕਾਰ ਦੀ ਇਬਾਦਤ ਕਰਦਾ? ਤੇਰੇ ਕੋਲ ਸਮਾਂ ਵੇਲਾ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ, ਨਿਰੰਕਾਰ ਦੀ ਇਬਾਦਤ ਕਰ। ਜੇ ਵੇਲਾ ਤੇਰੇ ਹੱਥੋਂ ਲੰਘ ਗਿਆ ਸਜਣਾ, ਫਿਰ ਮੁੜ ਕੇ ਵੇਲਾ ਪ੍ਰਾਪਤ ਨਹੀਂ ਹੋਣਾ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸ਼ਬਦ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਘਰ ਛੇਵਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਗ ਧਨਾਸਰੀ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਛੇਵਾਂ, ਛੇਵੇਂ ਘਰ ਸੁਰਤਾਲ ਵਿੱਚ ਪਵਿੱਤਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਏਕ ਅਦੁੱਤੀ ਪਰਮਾਤਮਾ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਹੇ ਰੱਬ ਦੇ ਪਿਆਰਿਓ ਸੰਤ ਜਨੋ, ਨਿਰੰਕਾਰ ਦੀ ਸਾਧਨਾ ਕਰਨ ਵਾਲੇ ਸਤਿਪੁਰਸ਼ੋ, ਤੁਸੀਂ ਮੇਰੇ ਪਿਆਰੇ ਹੋ। ਮੈਂ ਤੁਹਾਡੇ ਚਰਨਾਂ ਵਿੱਚ ਬਿਨੋ ਕਰਦਾ, ਮੇਰੀ ਸਾਡੀ ਤੁਹਾਨੂੰ ਬਿਨੋ ਹੈ, ਬੇਨਤੀ ਹੈ। ਹਰ ਬਿਨ ਮੁਕਤ ਨਾ ਕਾਹੂ ਜੀਓ। ਇਹ ਸਮਝ ਲਓ ਦੁਨੀਆ ਦੇ ਲੋਗੋ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਮੁਕਤੀ ਨਹੀਂ ਹੈ। ਕਹੋ ਨਾਨਕ ਇਹੋ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਮੁਕਤੀ ਨਹੀਂ ਹੈ।
ਹਰ ਬਿਨ ਮੁਕਤ ਨਾ ਕਾਹੂ ਜੀਓ। ਕਦੇ ਵੇਖਿਆ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਮੁਕਤ ਹੋਇਆ? ਚਾਹੇ ਉਹ ਸਤਯੁਗ ਤ੍ਰੇਤਾ ਦੁਆਪਰ ਕਿਉਂ ਨਹੀਂ ਸੀ, ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਮੁਕਤ ਨਹੀਂ ਹੈ। ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ, ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਮਨ ਨਿਰਮਲ ਕਰਮ ਕਰ ਤਾਰਨ ਤਰਨ, ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਇੱਕ ਛੰਦ ਹੁੰਦਾ ਝੋਲਣਾ। ਝੋਲਣਾ ਛੰਦ ਦੀ ਜਿਹੜੀ ਚਾਲ ਹੁੰਦੀ ਹੈ, ਉਸ ਚਾਲ ਦੇ ਮੁਤਾਬਕ ਇਹਨਾਂ ਪੰਕਤੀਆਂ ਦੀ ਚਾਲ ਹੈ। ਪੰਕਤੀਆਂ ਲੰਮੇਰੀਆਂ ਨੇ ਤੇ ਝੋਲਣਾ ਛੰਦ ਦੀ ਚਾਲ ਦੇ ਮੁਤਾਬਕ ਇਹਨਾਂ ਪੰਕਤੀਆਂ ਦੀ ਚਾਲ ਮਹਾਂਪੁਰਸ਼ ਸੰਥਿਆ ਕਰਾਉਣ ਵੇਲੇ ਦੱਸਦੇ ਨੇ। ਮਨ ਨਿਰਮਲ ਕਰਨ ਕਰ ਤਾਰਨ ਤਰਨ, ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਹੇ ਮੇਰੇ ਮਨ, ਨਿਰਮਲ ਕਰਮ ਕਰ। ਨਿਰਮਲ ਪਵਿੱਤਰ ਕਰਮ, ਸ਼ੁੱਧ ਕਰਮ, ਮਲਨ ਕਰਮ ਨਾ ਕਰੀ। ਨਿਰਮਲ ਕਰਮ, ਹਰ ਕੋ ਨਾਮ ਜਪ। ਨਿਰਮਲ ਕਰਮ ਸ੍ਰੇਸ਼ਟ ਕਰਮ, ਨਿਰਮਲ ਕਰਮ। ਨਿਰਮਲ ਕਰਮ ਉਹ ਹੁੰਦਾ ਜਿਹਦੇ 'ਚ ਕਿਸੇ ਦਾ ਬੁਰਾ ਨਾ ਹੋਵੇ। ਨਿਰਮਲ ਕਰਮ ਉਹ ਹੁੰਦਾ ਜਿਹਦੇ 'ਚ ਕਿਸੇ ਦਾ ਨੁਕਸਾਨ ਨਾ ਹੋਵੇ। ਉਹ ਨਿਰਮਲ ਕਰਮ, ਜਿਸ ਵਿੱਚ ਕਿਸੇ ਦਾ ਭਲਾ ਹੋਵੇ, ਕਿਸੇ ਦਾ ਉੱਤੇ ਪਰਉਪਕਾਰ ਹੋਵੇ, ਉਹ ਨਿਰਮਲ ਕਰਮ। ਤੋ ਮੇਰਿਆ ਮਨਾ ਨਿਰਮਲ ਕਰਮ ਕਰ। ਉਰੇ ਜਾਣ ਕਿ ਇਹ ਸੰਸਾਰ ਤੋਂ ਤਾਰਨ ਲਈ ਅਗਰ ਕੋਈ ਜਹਾਜ਼ ਹੈ, ਤਾਰਨ ਤਰਨ ਹਰ ਤਿਉ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ, ਉਹੀ ਇਸ ਜਗਤ ਤੋਂ ਤਾਰਨ ਲਈ ਜਹਾਜ਼ ਵਾਂਗਰ ਹੈ। ਬਾਕੀ ਉਹਦੇ ਤੋਂ ਬਿਨਾਂ ਸੰਸਾਰ ਦੇ ਜਿਹੜੇ ਹੋਰ ਜੰਜਾਲ ਨੇ, ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ। ਜਿਹੜੇ ਸੰਸਾਰ ਦੇ ਹੋਰ ਜੰਜਾਲ ਨੇ, ਉਹ ਸੱਜਣਾ ਤੇਰੇ ਕਿਸੇ ਕੰਮ ਨਹੀਂ ਜੇ ਆਉਣੇ। ਜਿੰਨੇ ਵੀ ਸੰਸਾਰ ਦੇ ਜੰਜਾਲ ਨੇ, ਉਹ ਤੇਰੇ ਕੰਮ ਨਹੀਂ ਆਉਣੇ। ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ। ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਜੀਵਨ ਦੇਵਾ, ਪ੍ਰਕਾਸ਼ ਦੇਣ ਵਾਲਾ ਹੈ। ਪਰਮਾਤਮਾ ਦਾ ਹੀ ਪ੍ਰਕਾਸ਼ ਹੈ ਨਾ ਸੰਸਾਰ ਦੇ ਸਮਸਤ ਜੀਵਾਂ 'ਚ। ਇਸ ਕਰਕੇ ਕਿਹਾ ਜੀਵਨ ਦੇਵਾ। ਇਹੋ ਜਿਹਾ ਜਿਹੜਾ ਪਾਰ ਬ੍ਰਹਮ ਹੈ, ਪਾਰ ਬ੍ਰਹਮ ਸੇਵਾ, ਉਹਦੀ ਸੇਵਾ ਕਰੋ। ਕਹਿੰਦੇ ਇਹ ਉਪਦੇਸ਼ ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ। ਇਹ ਉਪਦੇਸ਼ ਮੋਕੋ ਗੁਰ ਦੀਨਾ ਜੀਓ। ਆਹ ਉਪਦੇਸ਼ ਮੇਰੇ ਗੁਰੂ ਨੇ ਮੈਨੂੰ ਦਿੱਤਾ ਕਿ ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪ੍ਰਕਾਸ਼ ਦੇਣ ਵਾਲਾ ਪਾਰ ਬ੍ਰਹਮ ਹੈ, ਉਹਦੀ ਸੇਵਾ ਕਰੋ। ਤਿਸ ਸਿਉਣਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਅੰਤ ਕੀ ਵਾਰ ਉਹ ਸੰਗ ਨਾ ਚਾਲੈ। ਸੱਜਣਾ ਜਿਹਦੇ ਨਾਲ ਤੂੰ ਹਿੱਤ ਲਾਈ ਬੈਠਾ, ਤਿਸਿਉ ਨਾ ਲਾਈਐ ਹੀਤ, ਉਹਦੇ ਨਾਲ ਨਾ ਹੇਤ ਲਾ। ਤਿਸ ਸਿਉ ਨਾ ਲਾਈਐ ਹੀਤ, ਜਾ ਕੋ ਕਿਛ ਨਾਹੀ ਬੀਤ। ਜਿਸ ਦਾ ਕੋਈ ਬਾਲੀ ਕੋਈ ਨਹੀਂ। ਬੀਤ ਦਾ ਮਤਲਬ ਬਾਲੀ ਕੋਈ ਨਹੀਂ, ਭਾਵ ਜੋ ਨਸ਼ਵਰ ਹੈ, ਨਾਸ਼ਵਾਨ ਹੈ, ਉਹਦੇ ਨਾਲ ਹਿੱਤ ਨਾ ਲਾ। ਜਿਹਦਾ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ।
ਅੰਤ ਕੀ ਬਾਰ, ਅੰਤ ਦੇ ਵੇਲੇ ਉਹ ਤੇਰੇ ਨਾਲ ਨਹੀਂ ਚੱਲਣਾ ਜਿਹਦੇ ਨਾਲ ਤੂੰ ਹਿੱਤ ਲਾਈ ਬੈਠਾ। ਅੰਤ ਦੇ ਵੇਲੇ ਉਹ ਤੇਰੇ ਨਾਲ ਨਹੀਂ ਚੱਲਣਾ ਜਿਸ ਦੇ ਨਾਲ ਤੂੰ ਆਪਣਾ ਹਿੱਤ ਲਾਈ ਬੈਠਾ ਹੈ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਹੇ ਸੱਜਣਾ ਹਾਲੇ ਵੀ ਵੇਲਾ ਮਨ ਕਰਕੇ ਤਨ ਕਰਕੇ ਤੂੰ ਉਸ ਹਰੀ ਪਰਮੇਸ਼ਰ ਦੀ ਆਰਾਧਨਾ ਕਰ। ਮਨ ਤਨ ਤੂੰ ਆਰਾਧ, ਹਰ ਕੇ ਪ੍ਰੀਤਮ ਸਾਧ। ਹਰੀ ਦੇ ਜਿਹੜੇ ਪ੍ਰੀਤਮ ਸਾਧੂ ਜਨ ਨੇ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਸੰਗ ਵਿੱਚ ਬੈਠ ਕੇ ਤੂੰ ਮਨ ਕਰਕੇ ਤਨ ਕਰਕੇ ਹਰੀ ਨੂੰ ਆਰਾਧ। ਕਿਉਂਕਿ ਸਾਧ ਸੰਗਤ ਦੇ ਤੁੱਲ ਕੁਝ ਵੀ ਨਹੀਂ। ਸਾਧੂ ਜਨਾਂ ਦੀ ਸੰਗਤ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ। ਸਾਧ ਸੰਗਤ ਸੱਚਖੰਡ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਨੂੰ ਸੱਚਖੰਡ ਦੇ ਤੁੱਲ ਕਿਹਾ ਕਿ ਸਾਧੂ ਜਨਾਂ ਦੇ ਸੰਗ ਵਿੱਚ ਬੈਠ ਕੇ ਮਨ ਕਰਕੇ ਔਰ ਤਨ ਕਰਕੇ ਹਰੀ ਨੂੰ ਆਰਾਧ। ਜਾ ਕੈ ਸੰਗ ਤੇਰੇ ਬੰਧਨ ਛੂਟੈ। ਇੱਕ ਸਾਧ ਸੰਗਤ ਦੀ ਬਰਕਤ ਹੀ ਐਸੀ ਬਰਕਤ ਹੈ ਜਿਨ੍ਹਾਂ ਦੀ ਸੰਗਤ ਕਰਕੇ ਤੇਰੇ ਬੰਧਨ ਛੁੱਟ ਸਕਦੇ ਨੇ, ਤੂੰ ਬੰਧਨਾਂ ਤੋਂ ਮੁਕਤ ਹੋ ਸਕਦਾ। ਤੇਰੇ ਬੰਧਨ ਛੂਟੈ, ਤੇਰੇ ਬੰਧਨ ਕੱਟੇ ਜਾ ਸਕਦੇ ਨੇ, ਤੂੰ ਬੰਧਨਾਂ ਤੋਂ ਮੁਕਤ ਹੋ ਸਕਦਾ। ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ। ਸਾਧ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦੀ ਆਰਾਧਨਾ ਕਰ। ਜਿਹੜੇ ਸਾਧ ਸੰਗਤ ਵਿੱਚ ਆਰਾਧਦੇ ਨੇ ਉਹਨਾਂ ਦੀ ਜੋੜੀ ਜੁੜ ਜਾਂਦੀ ਹੈ, ਪਰਮੇਸ਼ਰ ਨਾਲ ਸੁਰਤ ਜੁੜ ਜਾਂਦੀ ਹੈ। ਪਰਮੇਸ਼ਰ ਨਾਲ ਉਹ ਵਿਛੜੇ ਹੋਏ ਜੁੜ ਜਾਂਦੇ ਨੇ ਪਰਮੇਸ਼ਰ ਨਾਲ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਮਨ ਔਰ ਤਨ ਕਰਕੇ ਉਸ ਨਿਰੰਕਾਰ ਦੀ ਆਰਾਧਨਾ ਕਰੀਏ। ਗਹੁ ਪਾਰ ਬ੍ਰਹਮ ਸਰਨ, ਹਿਰਦੈ ਕਮਲ ਚਰਨ। ਅਵਰ ਆਸ ਕਛ ਪਟਲ ਨਾ ਕੀਜੈ। ਏ ਮੇਰੇ ਮਨ, ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ। ਗਹੋ ਪਾਰ ਬ੍ਰਹਮ ਸ਼ਰਨ, ਪਾਰ ਬ੍ਰਹਮ ਦੀ ਸ਼ਰਨ ਗ੍ਰਹਿਣ ਕਰ, ਯਾਨੀ ਕਿ ਸ਼ਰਨ 'ਚ ਪੈ ਜਾ। ਹਿਰਦੈ ਕਮਲ ਚਰਨ, ਔਰ ਆਪਣੇ ਹਿਰਦੇ 'ਚ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲ ਜੋ ਹਨ ਉਹਨਾਂ ਨੂੰ ਵਸਾ, ਉਹਨਾਂ ਨੂੰ ਧਾਰਨ ਕਰ। ਅਵਰ ਆਸ ਕਛ ਪਟਲ ਨਾ ਕੀਜੈ। ਪਟਲ ਕਹਿੰਦੇ ਨੇ ਪੜਦੇ ਨੂੰ। ਆ ਜਿਹੜੀਆਂ ਹੋਰ ਆਸਾਂ ਨੇ ਨਾ, ਇਹਨਾਂ ਦਾ ਪੜਦਾ ਨਾ ਕਰ। ਪਰਮਾਤਮਾ ਦੇ ਸਾਹਮਣੇ ਤੇ ਆਪਣੇ ਵਿਚਕਾਰ ਪੜਦਾ ਨਾ ਕਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਸਾਨੂੰ ਸਾਰੇ ਲੋਕਾਂ ਦੀ, ਬੰਦਿਆਂ ਦੀ, ਸੰਸਾਰੀ ਵਸਤੂਆਂ ਦੀ ਆਸ ਹੁੰਦੀ ਹੈ ਨਾ, ਉਦੋਂ ਪਰਮਾਤਮਾ ਦੇ ਸਾਹਮਣੇ ਅਸੀਂ ਇਹ ਪੜਦਾ ਤਾਣਿਆ ਹੋਇਆ ਵੀ ਪਾਰਲੇ ਪਾਸੇ ਰੱਬ ਨਹੀਂ ਦਿਸਦਾ ਜਦੋਂ ਤੱਕ ਇਹ ਪੜਦਾ ਹੈ। ਜਦੋਂ ਇਹਨਾਂ ਸਾਰਿਆਂ ਦੀ ਆਸਾ ਲਾ ਕੇ ਪਰੇ ਸੁੱਟ ਦਈਏ, ਪੜਦਾ ਪਾਸੇ ਕਰ ਦਈਏ, ਤੇ ਪੜਦੇ ਤੋਂ ਪਾਰ ਨਿਰੰਕਾਰ ਦੀ ਜੋਤ ਦੀ ਆਸ ਹਿਰਦੇ 'ਚ ਵੱਜ ਜਾਂਦੀ। ਨਹੀਂ ਤਾਂ ਇਹ ਪੜਦਾ ਹੀ ਹੁੰਦਾ ਹੈ, ਬਾਕੀ ਆਸਾਂ। ਪੰਚਮ ਪਾਤਸ਼ਾਹ ਕਹਿੰਦੇ ਜਿਹੜੀਆਂ ਇਹ ਹੋਰ ਆਸਾਂ ਤੂੰ ਆਪਣੇ ਹਿਰਦੇ 'ਚ ਰੱਬ ਨੂੰ ਛੱਡ ਕੇ ਧਾਰਨ ਕਰੀ ਬੈਠਾ ਨਾ, ਇਹ ਪਟਲ ਨਾ ਕਰ, ਇਹ ਪੜਦਾ ਨਾ ਕਰ, ਇਹ ਪੜਦਾ ਪਾਸੇ ਕਰ ਦੇ। ਬਸ ਇੱਕ ਪਰਮੇਸ਼ਰ ਦੀ ਆਸ ਆਪਣੇ ਹਿਰਦੇ 'ਚ ਰੱਖ, ਨਿਰੰਕਾਰ ਦੀ ਆਸ ਰੱਖ। ਉਹਦੇ ਬਿਨਾਂ ਬੰਦਿਆਂ ਦੀ ਆਸ ਨਾ ਰੱਖੀ। ਦੁਨੀਆ ਦੇ ਬੰਦੇ ਬੜਾ ਨਿਰਾਸ਼ ਕਰਦੇ ਨੇ, ਦੁੱਖ ਦਿੰਦੇ ਨੇ। ਪਰਮਾਤਮਾ ਤੇ ਰੱਖੀ ਹੋਈ ਆਸ
ਉਹ ਸਤ ਤੇ ਸदैवी ਹੁੰਦੀ ਹੈ। ਇਸ ਕਰਕੇ ਇਹ ਜਿਹੜੇ ਪੜਦੇ ਨੇ ਸੱਜਣਾ ਤੇਰੇ ਅੱਗੇ ਅੱਖਾਂ ਦੇ ਆਏ ਹੋਏ, ਇਹ ਪੜਦਾ ਦੂਰ ਕਰਦੇ। ਹੋ ਵੀ ਜਾਂਦਾ ਕਈਆਂ ਦਾ, ਜਦੋਂ ਕਿਸੇ ਬੰਦੇ ਤੇ ਆਸ ਬਹੁਤ ਜ਼ਿਆਦਾ ਹੁੰਦੀ, ਜਦੋਂ ਜਾਓ ਉੱਥੋਂ ਨਿਰਾਸ਼ਾ ਹੱਥ ਲੱਗਦੀ ਹੈ। ਤੇ ਜਦੋਂ ਉੱਥੋਂ ਨਿਰਾਸ਼ਾ ਹੱਥ ਲੱਗਦੀ ਤੇ ਫਿਰ ਕਹਿੰਦਾ ਹੁਣ ਤਾਂ ਰੱਬ ਦੀ ਆਸ ਹੈ। ਵੀ ਅਖੀਰਲਾ ਹਿੱਲਾ ਇਹ ਸੀ, ਹੁਣ ਤਾਂ ਰੱਬ ਦੀ ਆਸ ਹੈ। ਜਦੋਂ ਰੱਬ ਦੀ ਆਸ ਰੱਖਦਾ ਹੈ ਉਦੋਂ ਹੋਰ ਕਈ ਵਸੀਲੇ ਨਾਲ ਬਣ ਜਾਂਦੇ। ਰੱਬ ਦੀ ਆਸ ਛੱਡ ਕੇ ਬਾਕੀ ਦੇ ਵਸੀਲੇ ਕਰੀ ਜਾਏ ਤੇ ਉਹ ਵਸੀਲੇ ਸਾਰੇ ਫੇਲ ਹੁੰਦੇ ਚਲੇ ਜਾਂਦੇ ਨੇ। ਰੱਬ ਦੀ ਆਸ ਕਰਦਾ ਤੇ ਸਾਰੇ ਕੰਮ ਹੋਣ ਦੇ ਵਸੀਲੇ ਵੀ ਆਪੇ ਬਣੀ ਜਾਂਦੇ। ਇਸ ਕਰਕੇ ਗੁਰਮੁਖਾਂ ਨੇ ਆਪਣੇ ਹਿਰਦੇ ਵਿੱਚੋਂ ਪਰਮਾਤਮਾ ਦੀ ਆਸ ਤੋਂ ਇਲਾਵਾ ਹੋਰ ਆਸ ਬਿਡਾਣੀ ਲਾਹੀ। ਹੋਰ ਜਿੰਨੀਆਂ ਬਗਾਨੀਆਂ ਆਸਾਂ ਸਨ ਉਹ ਗੁਰਮੁਖਾਂ ਨੇ ਆਪਣੇ ਹਿਰਦੇ 'ਚੋਂ ਲਾਹ ਦਿੱਤੀਆਂ, ਨਿਰਵਿਰਤ ਕਰ ਦਿੱਤੀਆਂ। ਕਹਿੰਦੇ ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਬਿਡਾਨੀ ਦਾ ਮਤਲਬ ਆ ਬਗਾਨੀਆਂ ਆਸਾਂ ਲਾਹ ਦੇ ਆਪਣੇ ਹਿਰਦੇ 'ਚੋਂ। ਮੇਰਿਆ ਮਨਾ ਇੱਕ ਤੇ ਆਸ ਰੱਖ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜਦੋਂ ਨਾਮ ਧਿਆਵਾਂਗੇ ਇੱਕ ਦਾ ਤਾਂ ਕਹਿੰਦੇ ਭਾਈ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ, ਰਾਸ ਹੋ ਜਾਣਗੇ। ਸਾਹਿਬ ਕਹਿੰਦੇ ਅਵਰ ਆਸ ਕਛ ਪਟਲ ਨਾ ਕੀਜੈ। ਹੋਰ ਆਸਾਂ ਦਾ ਕੁਝ ਪੜਦਾ ਅੱਗੇ ਨਾ ਕਰ। ਕੇਵਲ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਕੇ ਵਾਹਿਗੁਰੂ ਦੇ ਪਵਿੱਤਰ ਚਰਨ ਕਮਲਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰ। ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾ ਕੋ ਕਿਰਪਾ ਕੀਜੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਤੇ ਵਾਹਿਗੁਰੂ ਜੀ ਪਰਮੇਸ਼ਰ ਜੀ ਆਪਣੀ ਕਿਰਪਾ ਕਰਦੇ ਨੇ ਉਹੀ ਭਗਤ ਨੇ, ਉਹੀ ਗਿਆਨੀ ਨੇ, ਉਹੀ ਧਿਆਨੀ ਨੇ। ਜਿਨ੍ਹਾਂ ਤੇ ਪਰਮੇਸ਼ਰ ਦੀ ਕਿਰਪਾ ਹੋਵੇ, ਪ੍ਰਭੂ ਦੀ ਕਿਰਪਾ ਹੋਵੇ। ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣੇ ਹੋਏ ਗਿਆਨੀ ਨੇ, ਧਿਆਨੀ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਦੇ ਵਿੱਚ ਤਿੰਨ ਜੀਵ ਜਿਹੜੇ ਹੁੰਦੇ ਨੇ ਉਹਨਾਂ ਜੈਸੀ ਇੱਕ ਨਵੇਕਲੀ ਬਿਰਤੀ ਹੈ। ਭਾਈ ਗੁਰਦਾਸ ਜੀ ਲਿਖਦੇ ਤਿੰਨ ਜੀਵਾਂ ਵਰਗੀ ਨਵੇਕਲੀ ਬਿਰਤੀ ਕਿਹੜੀ ਕਿਹੜੀ? ਕੱਛੂ ਕੁੰਮੇ ਦੀ, ਕੂੰਜ ਦੀ ਤੇ ਹੰਸ ਦੀ। ਹੰਸ ਦੇ ਵਿੱਚ ਦੁੱਧ ਤੇ ਪਾਣੀ ਨੂੰ ਵੱਖਰਾ ਕਰਨ ਦਾ ਗੁਣ ਹੈ। ਕੱਛੂ ਕੁੰਮਾ ਉਹ ਆਪਣਾ ਸਾਰਾ ਕੁਝ ਸੰਕੋਚ ਕੇ ਖੋਪੜੀ ਦੇ ਵਿੱਚ ਕਰ ਲੈਂਦਾ। ਧਿਆਨ ਦੀ ਇਕਾਗਰਤਾ ਉਹਦੀ ਬੜੀ ਹੁੰਦੀ। ਤੇ ਕੂੰਜ ਦੇ ਵਿੱਚ ਸਿਮਰਨ ਦੀ ਬੜੀ ਤਾਕਤ ਹੁੰਦੀ ਹੈ। ਉਹ ਆਪਣੇ ਸਿਮਰਨ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਪਾਲਦੀ ਹੈ। ਮਨ ਮਹਿ ਸਿਮਰਨ ਗੁਰਬਾਣੀ 'ਚ ਪਾਤਸ਼ਾਹ ਨੇ ਊਡੇ ਊੜਾਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਗੁਰ ਸਿੱਖ ਵਿੱਚ ਕੂੰਜ ਵਾਂਗੂ ਸਿਮਰਨ ਕਰਨ ਦੀ ਤਾਕਤ ਹੈ, ਕੱਛੂ ਕੁੰਮੇ ਵਾਂਗੂ ਧਿਆਨ ਨੂੰ ਇਕਾਗਰ ਕਰਨ ਦੀ ਬਿਰਤੀ ਹੈ, ਔਰ ਹੰਸ ਵਾਂਗੂ ਗਿਆਨ ਦੀ ਬਿਰਤੀ ਹੈ, ਸੱਚ ਤੇ ਝੂਠ ਦਾ ਨਿਤਾਰਾ ਕਰ ਲੈਣਾ। ਸੋਈ ਗਿਆਨੀ ਹੈ, ਸੋਈ ਧਿਆਨੀ ਹੈ, ਸੋਈ ਭਗਤ ਹੈ ਜਿਸ ਤੇ ਮੇਰੇ ਪ੍ਰਭੂ ਨੇ ਆਪਣੀ ਕਿਰਪਾ ਕਰ ਦਿੱਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ